MA ਭਾਗ ਦੂਜਾ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ। ਇਹਦੇ ਵਿੱਚ ਅਸੀਂ ਭਾਗ ਊੜਾ ਦੂਜਾ ਦਾ ਜਿਹੜਾ ਸ਼ੁਰੂਆਤ ਕਰ ਰਹੇ ਹਾਂ ਉਹ ਹੈਗਾ ਭਾਗ ਊੜਾ ਦੂਜਾ ਸੱਭਿਆਚਾਰ ਅਤੇ ਹੋਰ ਖੇਤਰ। ਇਸ ਪਾਠ ਦੇ ਵਿੱਚ ਸਾਡੇ ਕੋਲ ਪਹਿਲਾ ਹਿੱਸਾ ਹੈ ਸੱਭਿਆਚਾਰ ਅਤੇ ਸਾਹਿਤ ਦਾ। ਹੋਰ ਖੇਤਰਾਂ ਨਾਲ ਸੰਬੰਧ ਜਿਹੜਾ ਸੱਭਿਆਚਾਰ ਦਾ ਕਰਨਾ ਹੈ। ਸੱਭਿਆਚਾਰ ਤੇ ਭਾਸ਼ਾ, ਸੱਭਿਆਚਾਰ ਅਤੇ ਭੂਗੋਲ ਆਦਿ ਜਿਹੜੇ ਨੇ ਸਾਡੇ, ਤੇ ਸੱਭਿਆਚਾਰ ਅਤੇ ਮੀਡੀਆ, ਇਹ ਚਾਰ ਜਿਹੜੇ ਨੇ ਖੇਤਰ ਨੇ ਜਿਨ੍ਹਾਂ ਦੇ ਨਾਲ ਅਸੀਂ ਸੱਭਿਆਚਾਰ ਦਾ ਸੰਬੰਧ ਕਰਨਾ ਹੈ। ਪਹਿਲਾ ਸੰਬੰਧ ਹੈਗਾ ਸੱਭਿਆਚਾਰ ਅਤੇ ਸਾਹਿਤ ਦਾ। ਜਿਹੜੇ ਇਹ ਨੋਟਸ ਨੇ ਇਹ ਅਸੀਂ ਫੋਲੋ ਕਰ ਰਹੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ CC ਡਿਪਾਰਟਮੈਂਟ ਦੇ ਨੇ। ਜਿਹੜੇ ਨੋਟਸ ਜਿੱਥੋਂ ਸਾਨੂੰ ਚੰਗੇ ਮਿਲ ਰਹੇ ਨੇ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ। ਇਹ ਜਿਹੜਾ ਹੈ ਸੱਭਿਆਚਾਰ ਅਤੇ ਸਾਹਿਤ ਦਾ ਜਿਹੜਾ ਸੰਬੰਧ ਹੈ ਇਹ ਅਸੀਂ ਇਹਦੇ ਮੂਲ ਪਾਠ ਤੋਂ ਸ਼ੁਰੂ ਕਰਨਾ ਹੈ। ਇਹਦੇ ਵਿੱਚ ਡਿਸਕਸ਼ਨ ਜਿਹੜੀ ਕੀਤੀ ਗਈ ਹੈ ਕਿ ਸਾਹਿਤ ਅਤੇ ਸੱਭਿਆਚਾਰ ਦੇ ਸੰਬੰਧਾਂ ਨੂੰ ਦੋ ਪੱਧਰਾਂ ਤੇ ਵਿਚਾਰਿਆ ਜਾ ਸਕਦਾ ਹੈ। ਪਹਿਲਾ ਪੱਧਰ ਹੈ ਕਾਲ ਕ੍ਰਮਿਕਤਾ ਦਾ ਤੇ ਦੂਜਾ ਹੈ ਇਕਾਲਕਤਾ ਦਾ। ਜਿਹੜੀ ਕਾਲ ਕ੍ਰਮਿਕਤਾ ਹੈ ਇਹਦੇ ਵਿੱਚ ਕਹਿੰਦੇ ਇਹ ਵਿਚਾਰ ਕੀਤੀ ਜਾ ਸਕਦੀ ਹੈ ਕਿ ਸੱਭਿਆਚਾਰ ਦੇ ਇੱਕ ਵਿਸ਼ੇਸ਼ ਪੜਾਅ ਨਾਲ ਸੰਬੰਧਿਤ ਸਾਹਿਤ ਦੇ ਕਿਹੜੇ ਰੂਪ ਦਾ ਸੰਬੰਧ ਹੈ। ਅਸੀਂ ਕੋਈ ਇੱਕ ਪੜਾਅ ਲੈ ਲਈਏ, ਇੱਕ ਜਿਹੜਾ ਹੈ 1900 ਤੋਂ 1947, 1900 ਤੋਂ 1950 ਜੋ ਵੀ ਲੈ ਲਈਏ, ਉਹਦੇ ਵਿੱਚ ਕਿਸੇ ਵੀ ਸਾਹਿਤ ਰੂਪ ਦੇ ਬਾਰੇ ਡਿਸਕਸ਼ਨ ਕਰਨੀ ਹੋਵੇ ਕਿ ਇਸ ਰੂਪ ਦੇ ਵਿੱਚ ਇਸ ਪੜਾਅ ਦੇ ਵਿੱਚ ਜਾਂ ਇਸ ਸਮੇਂ ਦੇ ਵਿੱਚ ਮਿਲਣ ਵਾਲੇ ਕਿਸੇ ਵਿਸ਼ੇਸ਼ ਕਿਸੇ ਪਾਰਟੀਕੂਲਰ ਜਿਹੜਾ ਸਾਹਿਤ ਰੂਪ ਹੈ ਉਹਦਾ ਸੱਭਿਆਚਾਰ ਨਾਲ ਕੀ ਸੰਬੰਧ ਹੈ ਅਤੇ ਸਮਾਜ ਦੇ ਵਿਕਾਸ ਨਾਲ ਸਾਹਿਤ ਦੇ ਰੂਪ ਕਿਵੇਂ ਵਿਕਾਸ ਕਰਦੇ ਨੇ। ਜਿਵੇਂ ਜਿਵੇਂ ਲੋੜ ਪੈਂਦੀ ਹੈ, ਜਿਵੇਂ ਜਿਵੇਂ ਅਸੀਂ ਅੱਗੇ ਵਿਕਾਸ ਕਰਦੇ ਜਾਂਦੇ ਹਾਂ, ਸਾਹਿਤ ਦੇ ਰੂਪ ਵੀ ਨਵੇਂ-ਨਵੇਂ ਪੈਦਾ ਹੁੰਦੇ ਜਾਂਦੇ ਨੇ। ਤਾਂ ਇਹ ਡਿਸਕਸ਼ਨ ਕਾਲ ਕ੍ਰਮਿਕਤਾ ਦੇ ਪੱਧਰ ਤੇ। ਦੂਜੀ ਡਿਸਕਸ਼ਨ ਹੈਗੀ ਹੈ ਇਕਾਲਕਤਾ, ਸਿੰਕਰੋਨਿਕ ਸਟੱਡੀ ਜਿਹੜੀ ਹੈ। ਇਸ ਵਿੱਚ ਇਹ ਵਿਚਾਰਿਆ ਜਾ ਸਕਦਾ ਹੈ ਕਿ ਸਾਹਿਤ ਦੀ ਸਿਰਜਣ ਪ੍ਰਕਿਰਿਆ ਵਿੱਚ ਸੱਭਿਆਚਾਰਕ ਤੱਤ ਕਿਵੇਂ ਸ਼ਾਮਿਲ ਹੁੰਦੇ ਨੇ। ਕੋਈ ਅਸੀਂ ਇੱਕ ਰਚਨਾ ਲੈ ਲਈਏ, ਉਹਦੇ ਵਿੱਚ ਅਸੀਂ ਇੱਕ ਰਚਨਾ, ਕਿਸੇ ਇੱਕ ਪਾਰਟੀਕੂਲਰ ਰਚਨਾ, ਕਿਸੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਵਿਸ਼ੇਸ਼ ਰਚਨਾ ਸਾਹਿਤ ਦੀ ਕੋਈ ਲੈ ਲਈਏ, ਉਹਦੇ ਵਿੱਚ ਅਸੀਂ ਜੇਕਰ ਵਿਚਾਰੀਏ ਕਿ ਅਸੀਂ ਕਿਸੇ ਦੀ ਕਹਾਣੀ ਲੈ ਲਈ, ਕੋਈ ਇੱਕ ਨਾਵਲ ਲੈ ਲਿਆ, ਕਿ ਇਹਦੇ ਵਿੱਚ ਸੱਭਿਆਚਾਰਕ ਤੱਤ ਕਿਵੇਂ ਸ਼ਾਮਿਲ ਕੀਤੇ ਗਏ ਨੇ, ਤਾਂ ਉਹ ਸਟੱਡੀ ਜਿਹੜੀ ਹੈ ਇਕਾਲਕ ਹੋਏਗੀ। ਇੱਕ ਕਾਲ ਦੇ ਇੱਕ ਪੁਆਇੰਟ ਦੇ ਉੱਤੇ ਕਿਸੇ ਵੀ ਰਚਨਾ ਬਾਰੇ ਜਿਹੜਾ ਹੈ ਉਹ ਚਰਚਾ ਕੀਤੀ ਜਾ ਸਕਦੀ ਹੈ, ਉਹਦੇ ਵਿਚਲੇ ਸੱਭਿਆਚਾਰਕ ਤੱਤਾਂ ਬਾਰੇ। ਜਦੋਂ ਅਸੀਂ ਕਾਲ ਕ੍ਰਮਿਕਤਾ ਕਰਦੇ ਹਾਂ ਤਾਂ ਅਸੀਂ ਪੜਾਅ ਬਾਰੇ ਗੱਲ ਕਰ ਸਕਦੇ ਹਾਂ, ਉਹਦੇ ਵਿੱਚ ਮਿਲਦੇ ਕਿਸੇ ਸਾਹਿਤ ਰੂਪ ਦੇ ਵਿੱਚ ਮਿਲਦੇ ਸੱਭਿਆਚਾਰਕ ਤੱਤਾਂ ਬਾਰੇ। ਤਾਂ ਇਹ ਦੋ ਤਰੀਕੇ ਨਾਲ ਸਟੱਡੀ ਜਿਹੜੀ ਉਹ ਕੀਤੀ ਜਾ ਸਕਦੀ ਹੈ। ਪਹਿਲਾ ਜਿਹੜਾ ਹੈ ਡਿਸਕਸ਼ਨ ਹੈਗੀ ਹੈ ਉਹ ਹੈਗੀ ਹੈ ਇਕਾਲਕੀ ਪੱਧਰ ਦੀ। ਇਕਾਲਕੀ ਪੱਧਰ ਦੇ ਵਿੱਚ ਅਸੀਂ ਨੇ ਜਿਹੜਾ ਹੈ ਸਾਹਿਤ ਸਿਰਜਣ ਪ੍ਰਕਿਰਿਆ ਜਾਂ ਸਾਹਿਤ ਸਿਰਜਣਾ ਦੇ ਵਿੱਚ ਸ਼ਾਮਿਲ ਕਿਸੇ ਕੋਈ ਇੱਕ ਪਾਰਟੀਕੂਲਰ ਰਚਨਾ ਲਈ ਜਾ ਸਕਦੀ ਹੈ ਜਾਂ ਕੋਈ ਇੱਕ ਪਾਰਟੀਕੂਲਰ ਸਾਹਿਤ ਰੂਪ ਲਿਆ ਜਾ ਸਕਦਾ ਹੈ, ਉਹਦੇ ਵਿੱਚ ਸੱਭਿਆਚਾਰਕ ਤੱਤ ਕਿਵੇਂ ਸ਼ਾਮਿਲ ਹੋ ਜਾਂਦੇ ਨੇ, ਇਹਦੇ ਵਿੱਚ ਜਿਹੜੀ ਹੈ ਇਹ ਡਿਸਕਸ਼ਨ ਹੈ। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੰਟਰੋਡਕਟਰੀ ਪੱਧਰ ਤੇ ਜਾਂ ਭੂਮਿਕਾ ਦੇ ਪੱਧਰ ਤੇ ਅਸੀਂ ਕਰਦੇ ਹਾਂ ਕਿ ਸਾਹਿਤ ਫਿਰ ਹੈ ਕੀ, ਸਾਹਿਤ ਦਾ ਸੱਭਿਆਚਾਰ ਨਾਲ ਸੰਬੰਧ ਕਿਵੇਂ ਜੁੜਦਾ ਹੈ। ਵੱਖ-ਵੱਖ ਵਿਦਵਾਨਾਂ ਨੇ ਸਾਹਿਤ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਨੇ। ਇਹਨਾਂ ਪਰਿਭਾਸ਼ਾਵਾਂ ਦਾ ਸਾਹਿਤ ਦੇ ਤੱਤਾਂ ਨੂੰ ਨਿਖੇੜਨ ਲਈ ਜ਼ਿਕਰ ਕਰਨਾ ਉਚਿਤ ਹੋਵੇਗਾ। ਹੁਣ ਅਰਨਾਲਡ ਬੈਲਟ ਜਿਹੜਾ ਹੈ ਉਹ ਕੀ ਕਹਿੰਦਾ ਹੈ ਕਿ ਸਾਹਿਤ ਨੂੰ ਸੱਚੇ ਵਿਚਾਰਾਂ ਤੇ ਉੱਚੇ ਭਾਵਾਂ ਦਾ ਵਿਸ਼ਾਲ ਸਰੋਵਰ ਮੰਨਦਾ ਹੈ। ਆਕਸਫੋਰਡ ਡਿਕਸ਼ਨਰੀ ਕਹਿੰਦੀ ਹੈ ਕਿ ਸਾਹਿਤ ਉਹ ਲਿਖਤਾਂ ਨੇ ਜੋ ਰੂਪ ਦੀ ਸੁੰਦਰਤਾ ਜਾਂ ਭਾਵਾਂ ਦੇ ਪ੍ਰਭਾਵ ਨਾਲ ਲਿਖੀਆਂ ਜਾਂਦੀਆਂ ਨੇ। ਐਮਰਸਨ ਸਾਹਿਤ ਨੂੰ ਕੀ ਕਹਿੰਦਾ ਹੈ ਕਿ ਉੱਤਮ ਵਿਚਾਰਾਂ ਦੀ ਲਿਖਤ ਹੁੰਦਾ ਹੈ। ਮੈਕਸਿਮ ਗੋਰਕੀ ਸਾਹਿਤ ਨੂੰ ਦੁਨੀਆ ਦਾ ਦਿਲ ਕਹਿੰਦਾ ਹੈ। ਅੰਗਰੇਜ਼ੀ ਕਵੀ ਸ਼ੈਲੇ ਕੀ ਕਹਿੰਦਾ ਕਿ ਸਾਹਿਤ ਉੱਤਮ ਅਤੇ ਆਨੰਦ ਭਰਪੂਰ ਮਨਾਂ ਦੇ ਉੱਤਮ ਅਤੇ ਆਨੰਦ ਭਰਪੂਰ ਪਲਾਂ ਦਾ ਲਿਖਤੀ ਰੂਪ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇਕਰ ਅਸੀਂ ਦੇਖਦੇ ਹਾਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹਦੇ ਵਿੱਚ ਕਿਹੜੇ-ਕਿਹੜੇ ਤੱਤ ਮਿਲਦੇ ਨੇ ਜਿਹਨਾਂ ਨੂੰ ਅਸੀਂ ਸਾਹਿਤ ਪੱਧਰ ਤੇ ਜਾਂ ਸਾਹਿਤਕ ਤੱਤ ਜਿਹੜਾ ਕਹਿ ਸਕਦੇ ਹਾਂ। ਇਹਦਾ ਮਤਲਬ ਕੀ ਹੈ ਕਿ ਹਰੇਕ ਰਚਨਾ ਦਾ ਇੱਕ ਵਿਸ਼ਾ ਵਸਤੂ ਹੁੰਦਾ ਹੈ, ਉਹਦੇ ਵਿੱਚ ਵਿਚਾਰ ਹੁੰਦੇ ਨੇ, ਉਹਦੇ ਵਿੱਚ ਭਾਵ ਹੁੰਦੇ ਨੇ, ਉਹਦੇ ਵਿੱਚ ਸ਼ੈਲੀ ਯਾਨੀ ਕਿ ਢੰਗ ਹੁੰਦਾ, ਕੋਈ ਸੋਝ ਹੁੰਦਾ ਹੈ, ਆਨੰਦ ਹੁੰਦਾ, ਖੂਬਸੂਰਤੀ ਹੁੰਦੀ ਹੈ, ਤੇ ਉਹ ਕੋਈ ਨਾ ਕੋਈ ਉਹਦੇ ਵਿੱਚ ਸੋਚ ਜਿਹੜੀ ਹੈ ਉਹ ਸ਼ਾਮਿਲ ਹੁੰਦੀ ਹੈ। ਇਸ ਆਧਾਰ ਤੇ ਜੇਕਰ ਅਸੀਂ ਇਹ ਦੇਖੀਏ ਕਿ 6 ਦੇ 6 ਜਿਹੜੇ ਤੱਤ ਨੇ ਇਹ ਤਾਂ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਨੇ।
ਇਹਦਾ ਮਤਲਬ ਜਿਹੜੇ ਵੱਖੋ ਵੱਖਰੇ ਵਿਦਵਾਨ ਕਹਿੰਦੇ ਨੇ ਕਿ ਸਾਹਿਤ ਕੀ ਹੈ, ਸਾਹਿਤ ਜੋ ਕੁਝ ਹੈ ਉਹ ਸਾਡੇ ਸੱਭਿਆਚਾਰ ਨਾਲ ਹੀ ਜੁੜਿਆ ਹੋਇਆ। ਇਹਦਾ ਮਤਲਬ ਸੱਭਿਆਚਾਰ ਜਿਹੜਾ ਹੈ ਜਾਂ ਉਹ ਕਹਿ ਲਓ ਕਿ ਉਹ ਸੱਭਿਆਚਾਰ ਅਜਿਹਾ ਧਰਾਤਲ ਸਾਹਿਤ ਨੂੰ ਦਿੰਦਾ ਹੈ ਜਿਸ ਦੇ ਵਿੱਚੋਂ ਸੱਭਿਆਚਾਰਕ ਤੱਤਾਂ ਦਾ ਰੂਪਮਾਨ ਜਿਹੜਾ ਹੈ ਉਹ ਸਾਹਿਤ ਰੂਪਾਂ ਦੇ ਵਿੱਚ ਹੁੰਦਾ ਹੈ। ਸੱਭਿਆਚਾਰ ਦੇ ਵਿੱਚ ਉਹੀ ਗੱਲ ਹੈ ਕਿ ਸੱਭਿਆਚਾਰ ਸਾਨੂੰ ਜਿਹੜਾ ਹੈ ਸਾਹਿਤ ਨੂੰ ਵਿਸ਼ਾ ਵਸਤੂ ਵੀ ਦਿੰਦਾ ਹੈ, ਵਿਚਾਰ ਵੀ ਦਿੰਦਾ ਹੈ, ਭਾਵ ਵੀ ਦਿੰਦਾ ਹੈ, ਸ਼ੈਲੀ ਵੀ ਦਿੰਦਾ ਹੈ, ਸੋਝ ਵੀ ਦਿੰਦਾ ਹੈ, ਸੋਚ ਵੀ ਦਿੰਦਾ ਹੈ। ਇਹ ਸਭ ਕੁਝ ਜਿਹੜਾ ਹੈ ਸੱਭਿਆਚਾਰ ਦੇ ਵਿੱਚੋਂ ਹੀ ਜਿਹੜਾ ਹੈ ਉਹ ਮਿਲਦਾ ਹੈ। ਹੁਣ ਜਿਹੜੇ ਇੱਕ ਸਾਹਿਤ ਰਚਨਾ ਹੈ ਜਾਂ ਸਾਹਿਤ ਦੀ ਸਿਰਜਣ ਦੀ ਜਿਹੜੀ ਪ੍ਰਕਿਰਿਆ ਹੈ, ਜਦੋਂ ਸਾਹਿਤ ਲਿਖਿਆ ਜਾਂਦਾ ਹੈ, ਸਿਰਜਿਆ ਜਾਂਦਾ ਹੈ, ਉਹਦਾ ਜਿਹੜਾ ਸਾਰਾ ਪ੍ਰੋਸੈਸ ਹੈ ਉਹਦਾ ਸੱਭਿਆਚਾਰ ਦੇ ਨਾਲ ਫਿਰ ਅਸੀਂ ਸੰਬੰਧ ਜਿਹੜਾ ਹੈ ਕਿਵੇਂ ਸਿੱਧੀ ਡਿਸਕਸ਼ਨ ਕਰ ਸਕਦੇ ਹਾਂ। ਜੇਕਰ ਸਾਹਿਤ ਨੂੰ ਸਿਰਜਣ ਪ੍ਰਕਿਰਿਆ ਦੇ ਪੱਖ ਤੋਂ ਵਿਚਾਰਿਆ ਜਾਵੇ ਤਾਂ ਇਹ ਸਾਹਿਤ ਸਿਰਜਣਾ ਦੀਆਂ 3 ਅਵਸਥਾਵਾਂ ਹੁੰਦੀਆਂ ਨੇ। ਪਹਿਲੀ ਵਿਚਾਰ, ਦੂਜੀ ਬੌਧਿਕ ਅਤੇ ਤੀਜੀ ਸੁਹਜਾਤਮਕ। ਪਹਿਲਾਂ ਤਾਂ ਵਿਚਾਰ ਹੀ ਆਉਂਦਾ ਸਾਡੇ ਮਨ ਦੇ ਵਿੱਚ। ਹੁਣ ਇਹ ਵਿਚਾਰ ਜਿਹੜੇ ਨੇ ਉਹ ਕਿੱਥੋਂ ਪੈਦਾ ਹੁੰਦੇ ਨੇ? ਇਹ ਜਿਹੋ ਜਿਹਾ ਸਾਡਾ ਸੱਭਿਆਚਾਰਕ ਆਲਾ ਦੁਆਲਾ ਉਹੋ ਜਿਹੇ ਸਾਡੇ ਵਿਚਾਰ ਬਣਦੇ ਨੇ। ਇਹਦਾ ਮਤਲਬ ਜੇਕਰ ਅਸੀਂ ਸਾਹਿਤ ਦੇ ਵਿੱਚ ਵੀ ਕੁਝ ਲਿਖਣਾ ਚਾਹੁੰਦੇ ਹਾਂ, ਸਾਡੇ ਵਿਚਾਰ ਕੋਈ ਆਏ ਨੇ ਤਾਂ ਵਿਚਾਰ ਸਾਡੇ ਸੱਭਿਆਚਾਰ ਨਾਲੋਂ ਟੁੱਟੇ ਨਹੀਂ ਹੋਣਗੇ, ਸਗੋਂ ਸਾਡੇ ਸੱਭਿਆਚਾਰਕ ਮਾਹੌਲ ਦੇ ਵਿੱਚੋਂ ਹੀ ਸਾਨੂੰ ਜਿਹੜੇ ਮਿਲੇ ਹੋਣਗੇ। ਦੂਜਾ ਹੈ ਬੌਧਿਕ ਪੱਧਰ ਤੇ। ਹੁਣ ਬੌਧਿਕ ਪੱਧਰ ਤੇ ਮਤਲਬ ਕਿ ਆਪਾਂ ਉਹਨੂੰ ਆਪਣੀ ਬੁੱਧੀ ਦੇ ਨਾਲ ਰਿਲੇਟ ਕਰਕੇ, ਕੋਰਿਲੇਟ ਕਰਕੇ ਜਿਹੜਾ ਹੈ ਦੇਖਦੇ ਹਾਂ ਤਾਂ ਇਹ ਜਿਹੜੀ ਸਮਝ ਹੈ, ਇਹ ਸਮਝ ਵੀ ਸਾਡੇ ਸਮਝ ਦੇ ਵਿੱਚ ਵੀ ਸਾਡਾ ਪਿਛੋਕੜ ਜਿਹੜਾ ਹੈ ਸੱਭਿਆਚਾਰਕ ਪਿਛੋਕੜ ਪਿਆ ਹੁੰਦਾ ਹੈ। ਤੀਸਰਾ ਹੈ ਕਿ ਉਹਨੂੰ ਸੁਹਜਾਤਮਕ, ਉਸਨੂੰ ਜਿਹੜਾ ਹੈ ਆਨੰਦ ਦੇ ਪੱਧਰ ਤੇ ਜਾਂ ਉਸਨੂੰ ਅਸੀਂ ਇੰਜੋਏ ਕਰਦੇ ਹਾਂ ਜਾਂ ਉਸਨੂੰ ਅਸੀਂ ਖੂਬਸੂਰਤ ਲੈਵਲ ਤੇ ਜਿਹੜਾ ਲੈ ਕੇ ਜਾਂਦੇ ਹਾਂ, ਉਹ ਵੀ ਕਿਤੇ ਨਾ ਕਿਤੇ ਸਾਡੇ ਸੱਭਿਆਚਾਰਕ ਮਾਨਤਾਵਾਂ, ਸੱਭਿਆਚਾਰਕ ਮਾਪਦੰਡਾਂ ਦੇ ਵਿੱਚ ਹੀ ਜਿਹੜੀਆਂ ਚੀਜ਼ਾਂ ਪਈਆਂ ਨੇ। ਸਾਹਿਤਕਾਰ ਸਮਾਜ ਦਾ ਸੁਹਿਰਦ ਮੈਂਬਰ ਹੋਣ ਦੇ ਨਾਤੇ ਵਿਸ਼ਵਾਸ ਅਤੇ ਅਨੁਭਵ ਪਰੰਪਰਾ ਤੋਂ ਹਾਸਲ ਕਰਦਾ ਹੈ। ਇਹੀ ਨੇ ਜਿਹੜੇ ਵਿਚਾਰ ਸਾਡੇ ਜਾਂ ਸਾਡੀ ਬੁੱਧੀ ਨੂੰ ਇੱਕ ਰੂਪ ਦਿੰਦੇ ਨੇ। ਵਿਸ਼ਵਾਸ ਅਤੇ ਅਨੁਭਵ ਪਰੰਪਰਾ ਤੋਂ ਪ੍ਰਾਪਤ ਕਰਦਾ ਹੈ। ਇਸ ਦੇ ਨਾਲ ਹੀ ਉਹ ਵਰਤਮਾਨ ਵਿੱਚ ਆਪਣੇ ਚੌਗਿਰਦੇ ਨੂੰ ਗਿਆਨ ਇੰਦਰੀਆਂ ਤੇ ਅਨੁਭਵਾਂ ਨਾਲ ਸਮਝਣ ਦਾ ਵੀ ਯਤਨ ਕਰਦਾ ਹੈ। ਇਸ ਦੁਵੱਲੀ ਪ੍ਰਕਿਰਿਆ ਵਿੱਚ ਸਾਹਿਤਕਾਰ ਆਪਣਾ ਇੱਕ ਦ੍ਰਿਸ਼ਟੀਕੋਣ ਬਣਾ ਲੈਂਦਾ ਹੈ, ਉਹਦੀ ਇੱਕ ਵਿਚਾਰਧਾਰਾ ਬਣ ਜਾਂਦੀ ਹੈ, ਉਹਦੀ ਇੱਕ ਸੋਚ ਬਣ ਜਾਂਦੀ ਹੈ। ਉਸ ਦਾ ਹੀ ਦ੍ਰਿਸ਼ਟੀਕੋਣ ਹੀ ਸਾਹਿਤ ਦੀ ਸਿਰਜਣ ਪ੍ਰਕਿਰਿਆ ਦੀ ਪਹਿਲੀ ਅਵਸਥਾ ਹੈ। ਸਾਹਿਤ ਸਿਰਜਣ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਦ੍ਰਿਸ਼ਟੀਕੋਣ ਹੈ, ਔਰ ਦ੍ਰਿਸ਼ਟੀਕੋਣ ਕਿੱਥੋਂ ਬਣਦਾ ਹੈ? ਸਾਡੇ ਸੱਭਿਆਚਾਰਕ ਆਲੇ ਦੁਆਲੇ ਤੋਂ ਹੀ ਬਣਦਾ ਹੈ। ਇਹਦਾ ਮਤਲਬ ਇੱਕ ਸਾਹਿਤਕਾਰ ਜਦੋਂ ਸਾਹਿਤ ਸਿਰਜਦਾ ਹੈ ਤਾਂ ਉਹਦੀ ਵਿਚਾਰਧਾਰਾ ਕਿੱਥੋਂ ਆਉਂਦੀ ਹੈ? ਤਾਂ ਉਹਦੀ ਵਿਚਾਰਧਾਰਾ ਦੇ ਪਿਛੋਕੜ ਦੇ ਵਿੱਚ ਕੀ ਕੰਮ ਕਰ ਰਿਹਾ? ਉਸਦਾ ਸੱਭਿਆਚਾਰਕ ਆਲਾ ਦੁਆਲਾ ਕੰਮ ਕਰ ਰਿਹਾ। ਉਸਦੀ ਪਰੰਪਰਾ, ਉਸਦਾ ਪਿਛੋਕੜ, ਉਸਦੀਆਂ ਪਿਛਲੀਆਂ ਪੀੜ੍ਹੀਆਂ ਦਾ ਅਨੁਭਵ, ਉਸਦੇ ਆਉਣ ਦਾ ਅਨੁਭਵ, ਇਹ ਸਭ ਕੁਝ ਜਿਹੜਾ ਹੈ ਸੱਭਿਆਚਾਰਕ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਆਲਾ ਦੁਆਲਾ ਹੈ, ਸੱਭਿਆਚਾਰਕ ਮਾਹੌਲ ਹੈ, ਸੱਭਿਆਚਾਰਕ ਵਿਰਸਾ ਹੈ, ਇਹ ਵਿਚਾਰਧਾਰਾ ਸਾਡੀ ਬਣਦੀ ਉੱਥੋਂ ਹੀ ਹੈ। ਇਹਦਾ ਮਤਲਬ ਸੱਭਿਆਚਾਰ ਦਾ ਸਾਹਿਤ ਨਾਲ ਤਾਂ ਪਹਿਲੇ ਪੱਧਰ ਦਾ ਹੀ, ਪਹਿਲੀ ਅਵਸਥਾ ਤੋਂ ਹੀ ਜਿਹੜਾ ਉਹਦਾ ਸੰਬੰਧ ਜੁੜ ਜਾਂਦਾ ਹੈ। ਸਾਹਿਤ ਦੀ ਸਿਰਜਣ ਪ੍ਰਕਿਰਿਆ, ਸਾਹਿਤ ਵਿਚਲੇ ਬੋਧ ਨਾਲ ਸੰਬੰਧਿਤ ਪ੍ਰਕਿਰਿਆਵਾਂ 3 ਅਵਸਥਾਵਾਂ ਯਾਨੀ ਕਿ ਸਮਾਜਿਕ, ਇਤਿਹਾਸਕ, ਸੱਭਿਆਚਾਰਕ ਚੇਤਨਾ ਦੁਆਰਾ ਹੀ ਨਿਰਧਾਰਿਤ ਕੀਤੀਆਂ ਜਾ ਸਕਦੀਆਂ ਨੇ। ਜਿਹੜੀ ਬੌਧਿਕਤਾ ਹੈ, ਬੌਧਿਕਤਾ ਨੂੰ ਅਸੀਂ ਇਹ ਕਹਿ ਲਈਏ ਕਿ ਜਿਹੜੀ ਸਾਡੀ ਸਮਝ ਹੈ, ਕਿਸੇ ਵੀ ਵਰਤਾਰੇ ਨੂੰ ਸਮਝਣ ਦੀ ਜਿਹੜੀ ਸਮਰੱਥਾ ਹੈ, ਉਹ ਸਮਾਜਿਕ, ਇਤਿਹਾਸਕ ਅਤੇ ਸੱਭਿਆਚਾਰਕ ਚੇਤਨਾ ਦੇ ਨਾਲ ਹੀ ਜੁੜੀ ਹੋਈ ਹੈ। ਇਹਦਾ ਮਤਲਬ ਕੀ ਹੈ ਕਿ ਜਿਹੜਾ ਆਪਾਂ ਕਹਿੰਦੇ ਨੇ ਕਿ ਮਨੁੱਖ ਦਾ ਬੌਧਿਕ ਪੱਧਰ ਹੈ ਜਾਂ ਮਨੁੱਖ ਦੀ ਬੁੱਧੀ ਹੈ ਜਾਂ ਸਾਹਿਤਕਾਰ ਜਿਹੜਾ ਹੈ ਉਹਦਾ ਬੌਧਿਕ ਪੱਧਰ ਹੈ, ਉਹਦੀ ਬੁੱਧੀ ਹੈ, ਉਹਦੀ ਸਮਾਜਿਕ, ਇਤਿਹਾਸਕ ਅਤੇ ਸੱਭਿਆਚਾਰਕ ਆਲੇ ਦੁਆਲੇ ਇਹ ਸਾਰੀਆਂ ਚੀਜ਼ਾਂ ਰਲ ਕੇ ਹੀ ਉਹਦੀ ਅੰਡਰਸਟੈਂਡਿੰਗ ਬਣਦੀ ਹੈ। ਇਹਦਾ ਮਤਲਬ ਕੀ ਹੈ ਕਿ ਸਾਹਿਤਕਾਰ ਬੁੱਧੀਮਾਨ ਤਾਂ ਹੈਗਾ ਹੀ ਹੈ, ਉਹ ਬੌਧਿਕ ਪੱਧਰ ਤੇ ਬੜਾ ਸਟਰੋਂਗ ਪਰਸਨ ਹੈ। ਤਾਂ ਇਹ ਬੌਧਿਕਤਾ ਉਹਨੂੰ ਕਿੱਥੋਂ ਮਿਲਦੀ ਹੈ? ਉਸਦੀ ਸਮਾਜਿਕਤਾ, ਇਤਿਹਾਸਕਤਾ ਤੇ ਸੱਭਿਆਚਾਰਕ ਆਲੇ ਦੁਆਲੇ ਦੇ ਵਿੱਚੋਂ ਹੀ ਉਹ ਪ੍ਰਾਪਤ ਕਰਦਾ ਹੈ। ਇਹ ਹੋ ਗਿਆ ਪਹਿਲਾ ਪੱਧਰ ਕਿ ਸਾਨੂੰ ਜਿਹੜੀ ਸਾਹਿਤ ਸਿਰਜਣ ਪ੍ਰਕਿਰਿਆ ਜੁੜੀ ਕਿਹਦੇ ਨਾਲ ਹੋਈ ਹੈ? ਉਹ ਸਿਰਜਣ ਪ੍ਰਕਿਰਿਆ ਜੁੜੀ ਹੋਈ ਹੈ ਸਾਡੇ ਸੱਭਿਆਚਾਰਕ ਆਲੇ ਦੁਆਲੇ ਨਾਲ। ਦੂਸਰਾ ਹੈ ਸਾਹਿਤ ਦਾ ਵਿਸ਼ਾ ਵਸਤੂ। ਫਿਰ ਸਾਹਿਤ ਦਾ ਵਿਸ਼ਾ ਵਸਤੂ ਜਿਹੜਾ ਕਿੱਥੋਂ ਆਉਂਦਾ ਹੈ? ਸਾਹਿਤ ਦਾ ਵਿਸ਼ਾ ਵਸਤੂ ਵੀ ਸਾਡੇ ਆਲੇ ਦੁਆਲੇ ਚੋਂ ਆਉਂਦਾ ਹੈ, ਸਾਡੇ ਸੱਭਿਆਚਾਰਕ ਜੀਵਨ ਜਿਹੋ ਜਿਹਾ ਹੈ। ਇਹਦੇ ਵਿੱਚ ਕੀ ਉਹ ਕਹਿੰਦੇ ਨੇ ਕਿ ਜੋ ਸਾਹਿਤ ਰਾਹੀਂ ਜੋ ਕੁਝ ਕਿਹਾ ਜਾਂਦਾ ਉਸ ਨੂੰ ਅਸੀਂ ਵਿਸ਼ਾ ਵਸਤੂ ਕਹਿੰਦੇ ਹਾਂ। ਸਾਹਿਤ ਜੋ ਕੁਝ ਦਰਸਾਉਂਦਾ ਹੈ। ਕੋਈ ਸਾਹਿਤ ਰਚਨਾ ਅਜਿਹੀ ਨਹੀਂ ਜਿਸ ਦਾ ਕੋਈ ਵਿਸ਼ਾ ਨਾ ਹੋਵੇ। ਹਰ ਵਸਤੂ, ਹਰ ਘਟਨਾ, ਹਰ ਬਿਰਤਾਂਤ ਸਾਹਿਤ ਦਾ ਵਿਸ਼ਾ ਨਹੀਂ ਬਣ ਸਕਦੀ। ਸਾਹਿਤਕਾਰ ਸਮਾਜ ਦੇ ਵਿਸ਼ਾਲ ਚਿੱਤਰਪਟ ਵਿੱਚੋਂ ਕੁਝ ਖਾਸ ਘਟਨਾਵਾਂ ਜਾਂ ਬਿਰਤਾਂਤਾਂ ਨੂੰ ਚੁਣਦਾ ਹੈ ਅਤੇ ਉਸ ਨੂੰ ਸਥਾਪਿਤ ਪਰੰਪਰਾ ਜਿਹੜੀ ਉਹਦੀ ਹੈ ਸੱਭਿਆਚਾਰਕ ਪਰੰਪਰਾ ਦੇ ਵਿੱਚ ਹੀ ਪੇਸ਼ ਕਰਦਾ ਹੈ। ਜਿੰਨੇ ਵੀ ਅਸੀਂ ਕਹਾਣੀਆਂ, ਨਾਵਲ ਪੜ੍ਹਦੇ ਹਾਂ ਉਹਦੇ ਵਿਚਲੇ ਵਿਸ਼ੇ ਵਸਤੂ ਸਾਡੇ ਸੱਭਿਆਚਾਰਕ, ਸਾਡੀ ਪਰੰਪਰਾ ਦੇ ਨਾਲ ਹੀ ਜੁੜ ਕੇ ਆਉਂਦੇ ਨੇ। ਹਰ ਦੌਰ
ਦੇ ਸਾਹਿਤ ਦੇ ਪਾਤਰ ਆਪਣੇ ਸਮਾਜਿਕ ਚੁਗਿਰਦੇ ਨਾਲ ਮੇਲ ਖਾਂਦੇ ਨੇ। ਜੇਕਰ ਕਿਸੇ ਸਮੇਂ ਸਾਹਿਤ ਵਿੱਚ ਪੂਰਨ ਅਤੇ ਲੂਣਾ ਦੇ ਸੰਬੰਧਾਂ ਨੂੰ ਅਨੈਤਿਕਤਾ ਵਜੋਂ ਵਿਚਾਰਿਆ ਗਿਆ ਜਾਂ ਚਿਤਰਿਆ ਗਿਆ ਤਾਂ ਇਹ ਸਹੀ ਹੈ ਕਿ ਇਸ ਸਮਾਜ ਵਿੱਚ ਅਜਿਹੇ ਸੰਬੰਧ ਪ੍ਰਚਲਿਤ ਸਨ ਕਿ ਅਨੈਤਿਕ ਸੰਬੰਧ ਹੁੰਦੇ ਵੀ ਸੀ ਪਰ ਉਹਨਾਂ ਨੂੰ ਅਨੈਤਿਕ ਕਿਹਾ ਜਾਂਦਾ ਸੀ। ਫਿਰ ਸਾਹਿਤ ਨੇ ਵੀ ਉਵੇਂ ਕਿਹਾ। ਸੰਬੰਧ ਸੀਗੇ ਆਲੇ ਦੁਆਲੇ 'ਚ ਤਾਂ ਸਾਹਿਤ ਦੇ ਵਿੱਚ ਵੀ ਉਹਨਾਂ ਸੰਬੰਧਾਂ ਦੀ ਗੱਲ ਹੋ ਰਹੀ ਹੈ। ਸਮਾਜ ਜਿਹੜਾ ਉਹਦਾ ਆਲਾ ਦੁਆਲਾ ਉਹਨਾਂ ਨੂੰ ਅਨੈਤਿਕ ਸਮਝਦਾ ਹੈ ਤਾਂ ਸਾਹਿਤ ਦੇ ਵਿੱਚ ਵੀ ਉਸ ਨੂੰ ਅਨੈਤਿਕ ਪੱਧਰ ਤੇ ਹੀ ਜਿਹੜਾ ਹੈ ਪੇਸ਼ ਕੀਤਾ ਜਾ ਰਿਹਾ। ਨਾਨਕ ਸਿੰਘ ਨੇ ਬਾਲ ਵਿਆਹ, ਵੇਸਵਾਵਾਂ, ਵਿਧਵਾਵਾਂ ਦੀ ਕਰੁਣਾਮਈ ਸਥਿਤੀ ਨੂੰ ਚਿਤਰਿਆ ਕਿਉਂਕਿ ਇਹ ਹਾਲਾਤ ਸੱਚਮੁੱਚ ਹੈਗੇ ਸੀ। ਬਾਲ ਵਿਆਹ ਹੁੰਦਾ ਸੀ ਸਾਡੇ ਆਲੇ ਦੁਆਲੇ ਵਿੱਚ, ਸੱਭਿਆਚਾਰ ਦੇ ਵਿੱਚ, ਵਿਆਹ ਸੰਸਥਾ ਦੇ ਵਿੱਚ ਇਹ ਕੁਰੀਤੀ ਮੌਜੂਦ ਸੀ। ਵੇਸਵਾਵਾਂ ਹੁੰਦੀਆਂ ਸੀ, ਵਿਧਵਾ ਜਿਹੜੀਆਂ ਨੇ ਉਹ ਰਹਿੰਦੀਆਂ ਸੀ, ਵਿਧਵਾ ਵਿਆਹ ਦੀ ਮਨਜ਼ੂਰੀ ਨਹੀਂ ਸੀ। ਤਾਂ ਇਹ ਸਾਰੀਆਂ ਇੱਕ ਕਿਸਮ ਦੀਆਂ ਸਾਡੇ ਉਸ ਸੱਭਿਆਚਾਰਕ ਸਮਾਜਿਕ ਮਾਹੌਲ ਦੇ ਵਿੱਚ ਸਾਡੀਆਂ ਇਹ ਕਹਿ ਲਓ ਕਿ ਕੁਰੀਤੀਆਂ ਸੀ। ਤਾਂ ਇਹਨਾਂ ਕੁਰੀਤੀਆਂ ਬਾਰੇ ਨਾਨਕ ਸਿੰਘ ਆਪਣੀਆਂ ਸਾਹਿਤਕ ਰਚਨਾਵਾਂ ਦੇ ਵਿੱਚ ਜਿਹੜੀ ਉਹ ਗੱਲ ਕਰਦਾ ਹੈ। ਸਿੰਪਲੀ ਅਸੀਂ ਡਿਸਕਸ ਕਰ ਰਹੇ ਹਾਂ ਕਿ ਜਿਹੜੇ ਵਿਸ਼ੇ ਆਉਂਦੇ ਨੇ, ਸਾਹਿਤ ਦੇ ਵਿਸ਼ੇ ਆਉਂਦੇ ਨੇ, ਉਹ ਕਿੱਥੋਂ ਆਉਂਦੇ ਨੇ? ਉਹ ਸਾਡੇ ਸੱਭਿਆਚਾਰ ਦੇ ਵਿੱਚੋਂ, ਸੱਭਿਆਚਾਰਕ ਜਿਹੜਾ ਆਲਾ ਦੁਆਲਾ ਹੈ ਉਹਦੇ ਵਿੱਚੋਂ ਹੀ ਆਉਂਦੇ ਨੇ। ਇਹ ਜ਼ਰੂਰੀ ਹੈ ਕਿ ਉਸਦੇ ਸਮਾਜਿਕ ਚੁਗਿਰਦੇ ਵਿੱਚ ਇਹ ਪਾਤਰ ਵਿਚਰਦੇ ਸਨ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਹਿਤ ਦਾ ਵਿਸ਼ਾ ਵਸਤੂ ਸਮਾਜਿਕ ਪ੍ਰਬੰਧ ਅਤੇ ਸੱਭਿਆਚਾਰਕ ਪਰੰਪਰਾ ਹੀ ਸਾਨੂੰ ਦਿੰਦੀ ਹੈ। ਇਹਦਾ ਮਤਲਬ ਜੇਕਰ ਸਾਡਾ ਸਵਾਲ ਹੈ, ਛੋਟਾ ਸਵਾਲ ਹੈ ਕਿ ਵਿਸ਼ਾ ਵਸਤੂ ਕਿੱਥੋਂ ਆਉਂਦਾ ਹੈ, ਤਾਂ ਉਹ ਸਾਡੇ ਸਮਾਜਿਕ ਆਲੇ ਦੁਆਲੇ ਅਤੇ ਸਾਡੀਆਂ ਜਿਹੜੀਆਂ ਸੱਭਿਆਚਾਰਕ ਪਰੰਪਰਾਵਾਂ ਨੇ ਉਹਨਾਂ ਦੀ ਦੇਣ ਹੈ। ਜੇਕਰ ਇਹ ਚੀਜ਼ਾਂ ਦੋਵੇਂ ਨਹੀਂ ਹੈਗੀਆਂ ਤਾਂ ਸਾਹਿਤ ਵੀ ਨਹੀਂ ਹੈ, ਕਿਉਂਕਿ ਸਾਹਿਤ ਕੋਲ ਕੋਈ ਵਿਸ਼ਾ ਹੀ ਨਹੀਂ ਹੋਏਗਾ। ਤਾਂ ਸਾਹਿਤ ਵਿਸ਼ਾ ਉਸ ਸਮਾਜਿਕ ਆਲੇ ਦੁਆਲੇ ਤੇ ਸੱਭਿਆਚਾਰਕ ਜਿਹੜਾ ਮਾਹੌਲ ਹੈ ਜਾਂ ਪਰੰਪਰਾਵਾਂ ਨੇ ਉਹ ਤੋਂ ਹੀ ਲੈਂਦਾ ਹੈ। ਪਰ ਇਸ ਵਿਸ਼ੇ ਦਾ ਨਿਭਾਅ ਸਾਹਿਤਕਾਰ ਤੇ ਨਿਰਭਰ ਕਰਦਾ ਹੈ। ਹੁਣ ਨਾਨਕ ਸਿੰਘ ਤੇ ਨਿਰਭਰ ਕਰਦਾ ਹੈ ਕਿ ਉਹ ਬਾਲ ਵਿਆਹ ਨੂੰ ਕਿਵੇਂ ਲੈਂਦਾ ਹੈ। ਇਹ ਉਹਦਾ ਆਪਣਾ ਨਜ਼ਰੀਆ ਹੈ, ਇਹ ਉਹਦੀ ਆਪਣੀ ਅੰਡਰਸਟੈਂਡਿੰਗ, ਵਿਚਾਰਧਾਰਾ ਬਣੀ ਹੋਈ ਹੈ ਆਪਣੇ ਤਜਰਬੇ ਨਾਲ ਤੇ ਆਪਣੇ ਆਪਾਂ ਕਹਿ ਸਕਦੇ ਹਾਂ ਕਿ ਸੋਚ ਤੇ ਮੰਥਨ ਨਾਲ ਬਣੀ ਹੋਈ ਹੈ। ਸਾਹਿਤਕਾਰ ਦਾ ਸਮਾਜ ਨਾਲ ਸੰਬੰਧ ਇਸ ਵਿਸ਼ੇ ਨੂੰ ਯਥਾਰਥਵਾਦੀ ਤੇ ਆਦਰਸ਼ਵਾਦੀ ਰੰਗਨ ਪ੍ਰਦਾਨ ਕਰਦਾ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਲੇਖਕ ਦੇ ਦ੍ਰਿਸ਼ਟੀਕੋਣ ਨੂੰ ਵੀ ਸਾਹਿਤਕਾਰ ਅਤੇ ਸਮਾਜ ਦਾ ਰਿਸ਼ਤਾ ਨਿਰਧਾਰਿਤ ਕਰਦਾ ਹੈ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਹਰੇਕ ਲੇਖਕ ਕੀ ਹਰ ਵਿਅਕਤੀ ਆਪਣੇ ਆਲੇ ਦੁਆਲੇ ਦਾ ਹੀ ਬਣਿਆ ਹੁੰਦਾ ਹੈ। ਸਾਡੀ ਸੋਚ, ਸਾਡੀ ਸਮਝ ਸਾਡੇ ਆਲੇ ਦੁਆਲੇ ਦੀ ਅਨੁਸਾਰੀ ਹੀ ਰਹਿੰਦੀ ਹੈ। ਥੋੜੇ ਬਹੁਤ ਉਹਦੇ ਵਿੱਚ ਆਦਰਸ਼ਵਾਦ ਹੈ, ਚੇਂਜ, ਕਿਉਂਕਿ ਸੱਭਿਆਚਾਰ ਵੀ ਜਿਹੜਾ ਹੈ ਉਹ ਬਦਲਦਾ ਰਹਿੰਦਾ ਹੈ, ਕਿਉਂਕਿ ਮਨੁੱਖ ਬਦਲਦੇ ਰਹਿੰਦੇ ਨੇ, ਆਲਾ ਦੁਆਲਾ ਪਰਿਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ, ਤਾਂ ਉਸ ਬਦਲਾਅ ਤਾਂ ਹਮੇਸ਼ਾ ਰਹਿੰਦਾ ਹੈ। ਪਰ ਫਿਰ ਵੀ ਕੁੱਲ ਮਿਲਾ ਕੇ ਸਾਡੀ ਜਿਹੜੀ ਕਹਿ ਲਓ ਕਿ ਸਾਡੀ ਬਣਤਰ ਹੈ, ਸਾਡੀ ਵਿਚਾਰਧਾਰਕ ਬਣਤਰ ਹੈ, ਉਹ ਸਾਡੇ ਆਲੇ ਦੁਆਲੇ ਦੀ ਹੀ ਦੇਣ ਹੁੰਦੀ ਹੈ। ਕਿਸੇ ਸਮੇਂ ਦਾ ਸਥਾਪਿਤ ਸੱਭਿਆਚਾਰ ਲੋਕਾਂ ਦੇ ਸਮਾਜਿਕ ਜੀਵਨ ਨੂੰ ਨਿਰਧਾਰਿਤ ਕਰਦਾ ਹੈ। ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਿਸੇ ਸਮੇਂ ਦਾ ਸੱਭਿਆਚਾਰ ਉੱਥੋਂ ਦੇ ਜਿਹੜੇ ਸਮਾਜ ਜਾਂ ਸਮਾਜਿਕ ਜੀਵਨ ਦਾ ਹੀ ਪ੍ਰਤੀਬਿੰਬ ਹੁੰਦਾ ਹੈ। ਜੇਕਰ ਅਸੀਂ ਕਿਸੇ ਸਮਾਜ ਨੂੰ ਸਮਝਣਾ ਹੈ ਕਿ ਸਮਾਜ ਜਿਹੜਾ ਕਿਵੇਂ ਰਹਿੰਦਾ ਹੈ, ਕਿਵੇਂ ਸੋਚਦਾ ਹੈ, ਤਾਂ ਉਹਦਾ ਸਾਹਿਤ ਪੜ੍ਹ ਲਿਆ ਜਾਵੇ ਤਾਂ ਉਹਦੇ ਵਿੱਚ ਉਸ ਸਮਾਜ ਦੀ ਮਾਨਸਿਕਤਾ, ਉਹਦੀ ਸੋਚ, ਸਮਝ, ਵਿਚਾਰਧਾਰਾ, ਸਭ ਕੁਝ ਜਿਹੜਾ ਰਹਿਣੀ ਬਹਿਣੀ, ਉਹ ਹਰ ਚੀਜ਼ ਸਾਨੂੰ ਉਹਦੇ ਵਿੱਚ ਨਜ਼ਰ ਆਉਂਦੀ ਹੈ। ਇਹਦਾ ਮਤਲਬ ਕੀ ਹੈ ਕਿ ਜਿਹੜਾ ਸਾਹਿਤ ਦਾ ਵਿਸ਼ਾ ਵਸਤੂ ਹੈ ਉਹ ਸਾਡੇ ਸੱਭਿਆਚਾਰਕ ਆਲੇ ਦੁਆਲੇ ਦੀ ਹੀ ਦੇਣ ਜਿਹੜੀ ਉਹ ਹੁੰਦਾ ਹੈ। ਦੂਸਰਾ ਹੈ ਵਿਚਾਰ, ਕਿ ਸਾਹਿਤ ਦੇ ਵਿੱਚ ਵਿਚਾਰ ਪ੍ਰਗਟ ਹੁੰਦੇ ਨੇ। ਵਿਚਾਰ ਕਿੱਥੋਂ ਆਉਂਦੇ ਨੇ? ਕਿ ਵਿਚਾਰ ਦਾ ਵੀ ਸੱਭਿਆਚਾਰ ਨਾਲ ਸੰਬੰਧ ਹੈ। ਬਿਲਕੁਲ, ਵਿਚਾਰਾਂ ਦਾ ਵੀ ਸੱਭਿਆਚਾਰ ਨਾਲ ਜਿਹੜਾ ਸੰਬੰਧ ਹੈ। ਵਿਚਾਰ ਸਾਹਿਤ ਦੇ ਵਿੱਚ ਬਹੁਤ ਇੰਪੋਰਟੈਂਟ ਭੂਮਿਕਾ ਨਿਭਾਉਂਦੇ ਨੇ। ਇਹ ਪ੍ਰਤਿਭਾਵਾਨ ਵਿਅਕਤੀ ਦੀ ਸਿਰਜਣਾ ਹੁੰਦੇ ਨੇ। ਵਿਚਾਰ ਨਵੇਂ ਨਿਵੇਕਲੇ ਹੋਣੇ ਚਾਹੀਦੇ ਨੇ। ਸੱਭਿਆਚਾਰ ਤੇ ਸਮਾਜ ਨਾਲ ਕੋਈ ਸਿੱਧਾ ਇਹਨਾਂ ਦਾ ਸੰਬੰਧ ਤਾਂ ਨਹੀਂ ਹੁੰਦਾ, ਪਰ ਇਸ ਪੱਖ ਤੋਂ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਪ੍ਰਭਾਵਿਤ ਜ਼ਰੂਰ ਕਰ ਸਕਦਾ ਹੈ। ਜੇਕਰ ਇੱਕ ਸਾਹਿਤਕਾਰ ਨੂੰ ਲੱਗਦਾ ਹੈ ਕਿ ਜਿਹੜਾ ਹੈ ਇਸ ਸਮਾਜ ਦੇ ਵਿੱਚ ਜਾਂ ਇਸ ਸੱਭਿਆਚਾਰਕ ਆਲੇ ਦੁਆਲੇ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਹੈ, ਕੁਰੀਤੀ ਹੈ, ਤਾਂ ਉਹਦੇ ਵਿੱਚ ਨਵਾਂਪਣ, ਉਹਦੇ ਵਿੱਚ ਨਿਖਾਰ ਲਿਆਉਣ ਦੇ ਲਈ ਉਹ ਉਹਦੇ ਵਿੱਚ ਨਵਾਂਪਣ ਜਾਂ ਤਬਦੀਲੀ ਜ਼ਰੂਰ ਲੈ ਕੇ ਆਉਂਦਾ ਹੈ। ਤਾਂ ਇਹ ਵੀ ਹੁੰਦਾ ਸਾਹਿਤ ਨੂੰ। ਅਦਰਵਾਈਜ਼ ਅਸੀਂ ਕਹਿੰਦੇ ਹਾਂ ਕਿ ਸਾਹਿਤ ਜਿਹੜਾ ਹੈ ਉਹ ਸਭ ਦੇ ਹਿੱਤ ਦੀ ਗੱਲ ਕਰਦਾ ਹੈ। ਇਹਦਾ ਮਤਲਬ ਕੀ ਹੈ ਕਿ ਸਾਹਿਤ ਕਿਸੇ ਨਾ ਕਿਸੇ ਪੱਧਰ ਤੇ ਸੁਤੰਤਰ ਵੀ ਹੈ। ਇਸ ਵਿੱਚ ਸਾਹਿਤਕਾਰ ਨੂੰ ਖੁੱਲ੍ਹ ਮਿਲਦੀ ਹੈ ਕਿ ਉਹ ਜਿਹੋ ਜਿਹੇ ਵਿਚਾਰ ਚਾਹੇ ਆਪਣੇ ਵਿਕਸਿਤ ਕਰ ਸਕਦਾ ਹੈ, ਪਰ ਇਹ ਵਿਚਾਰ ਤਰਕ ਦੀ ਕਸਵੱਟੀ ਤੇ ਪੂਰੇ ਉਤਰਨੇ ਚਾਹੀਦੇ ਨੇ, ਮੰਨਣ ਯੋਗ ਹੋਣੇ ਚਾਹੀਦੇ ਨੇ। ਕਿ ਇਹ ਨਹੀਂ ਕਿ ਅਸੀਂ ਆਪਣੀ ਸਮਾਜਿਕ ਆਲੇ ਦੁਆਲੇ ਬਿਲਕੁਲ ਹੀ ਵਿਪਰੀਤ ਜਿਹੜੇ ਨੇ ਵਿਚਾਰ ਪ੍ਰਸਤੁਤ ਕਰਨੇ ਸ਼ੁਰੂ ਕਰ ਦਈਏ। ਨਹੀਂ, ਅਸੀਂ ਉਹਨਾਂ ਦਾ ਵੀ ਜਿਹੜਾ ਹੈ ਕਹਿ ਲਓ ਕਿ ਮਾਣ ਰੱਖਣਾ ਹੈ ਤੇ ਨਵਾਂਪਣ ਵੀ ਲੈ ਕੇ ਆਉਣਾ ਹੈ। ਇਸ ਲਈ ਇੱਕ ਬੈਲੈਂਸਡ ਜਿਹੜੀ ਹੈ ਅਪਰੋਚ ਉਹ ਮੰਨਣ ਯੋਗ ਬਣ ਜਾਂਦੀ ਹੈ। ਜਿਹੜੇ ਸਾਹਿਤਕ ਰੂਪ ਸੱਭਿਆਚਾਰ ਦੇ ਵਧੇਰੇ ਨੇੜੇ ਹੁੰਦੇ ਨੇ,
ਉਹਨਾਂ ਵਿੱਚ ਵਿਚਾਰਾਂ ਦਾ ਪ੍ਰਗਟਾਅ ਧੀਮਾ ਹੁੰਦਾ ਹੈ ਅਤੇ ਜਿਹੜੇ ਸਾਹਿਤ ਰੂਪ ਸੱਭਿਆਚਾਰਕ ਤੋਂ ਥੋੜੇ ਸੁਤੰਤਰ ਹੋ ਜਾਂਦੇ ਨੇ, ਨਵਾਂਪਣ ਚਾਹੁੰਦੇ ਨੇ, ਚੇਂਜ ਚਾਹੁੰਦੇ ਨੇ, ਉਹਨਾਂ ਦੇ ਵਿੱਚ ਵਿਚਾਰਾਂ ਦਾ ਖੁੱਲ੍ਹਾ ਪ੍ਰਗਟਾਅ ਹੁੰਦਾ ਹੈ। ਵਾਰਤਕ ਅਜਿਹਾ ਸਾਹਿਤ ਰੂਪ ਹੈ। ਅਸੀਂ ਜੇਕਰ ਉਹਨੂੰ ਪ੍ਰੀਤ ਲੜੀ, ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਨੂੰ ਪੜ੍ਹੀਏ ਤਾਂ ਉਹਦੇ ਵਿੱਚ ਬੜਾ ਨਵਾਂਪਣ ਹੈ। ਉਹ ਉਸੇ ਪਰੰਪਰਾ ਨਾਲ ਬੱਝਿਆ ਨਹੀਂ ਰਹਿਣਾ ਚਾਹੁੰਦਾ, ਸਗੋਂ ਉਸ ਪਰੰਪਰਾ ਦੇ ਵਿੱਚ ਨਵਾਂਪਣ, ਫਰੈਸ਼ਨੈਸ ਜਿਹੜੀ ਹੈ ਉਹ ਲਿਆਉਣਾ ਚਾਹੁੰਦਾ ਹੈ। ਤਾਂ ਜਦੋਂ ਵਿਚਾਰ ਨਵੇਂ ਪੈਦਾ ਹੋਣਗੇ ਤਾਂ ਉਹ ਵਿਚਾਰਾਂ ਦੇ ਨਵੇਂ ਪੈਦਾ ਹੋਣ ਦੇ ਲਈ ਵੀ ਸਾਡਾ ਸਮਾਜਿਕ ਅਤੇ ਸੱਭਿਆਚਾਰਕ ਮਾਹੌਲ ਜ਼ਿੰਮੇਵਾਰ ਹੁੰਦਾ ਹੈ, ਕਿਉਂਕਿ ਜਿਹੜਾ ਸਾਹਿਤਕਾਰ ਹੈ ਉਹ 2 ਕਦਮ ਅੱਗੇ ਚੱਲਦਾ ਹੈ। ਤਾਂ ਇਹਦਾ ਮਤਲਬ ਕੀ ਹੈ ਕਿ ਜਦੋਂ ਸਾਹਿਤ ਦੇ ਵਿੱਚ ਨਵਾਂਪਣ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਵਾਪਸ ਸਾਡੇ ਸਮਾਜ ਨੂੰ, ਸਾਡੇ ਸੱਭਿਆਚਾਰਕ ਬਣਤਰਾਂ ਨੂੰ ਵੀ ਪ੍ਰਭਾਵਿਤ ਕਰਦਾ, ਜਿਹਦੇ ਵਿੱਚ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਜਿਉਂ ਰਹੇ ਨੇ। ਇਹਦਾ ਮਤਲਬ ਲੋਕਾਂ ਦੀ ਸੋਚ ਦੇ ਵਿੱਚ ਵੀ ਤਬਦੀਲੀ ਲਿਆਉਂਦਾ ਉਹ। ਪਰ ਅਦਰਵਾਈਜ਼ ਵਿਚਾਰ ਜਿਹੜੇ ਨੇ ਉਹ ਜੁੜੇ ਸਾਡੇ ਸਮਾਜਿਕ ਅਤੇ ਸੱਭਿਆਚਾਰਕ ਮਾਹੌਲ ਦੇ ਨਾਲ ਹੀ ਜੁੜੇ ਹੋਏ ਨੇ। ਅੱਗੇ ਆ ਗਏ ਜੀ ਸਾਡੇ ਕੋਲ ਭਾਵ ਨੇ ਸਾਡੀਆਂ ਭਾਵਨਾਵਾਂ। ਸਾਹਿਤ ਦੇ ਵਿੱਚ ਅਸੀਂ ਆਪਣੀ ਭਾਵਨਾਵਾਂ ਨੂੰ ਵਿਅਕਤ ਕਰਦੇ ਹਾਂ, ਇਸ ਲਈ ਭਾਵ ਸਾਹਿਤ ਦੀ ਸਿਰਜਣਾ ਵੀ ਨੇ ਤੇ ਸਾਹਿਤ ਦਾ ਸੰਚਾਰ ਵੀ। ਸੱਭਿਆਚਾਰਕ ਬਿਰਤਾਂਤ ਜਾਂ ਪੇਸ਼ਕਾਰੀ ਤੋਂ ਬਗੈਰ ਭਾਵ ਦਾ ਨਿਰਮਾਣ ਸੰਭਵ ਨਹੀਂ। ਹਰ ਸੱਭਿਆਚਾਰ ਇੱਕ ਖਾਸ ਭਾਵ ਦੀ ਆਪਣੀ ਪਰੰਪਰਾ ਸਿਰਜਦਾ ਹੈ ਅਤੇ ਇਹ ਭਾਵ ਵਿਸ਼ੇਸ਼ ਉਸ ਪਰੰਪਰਾ ਦੇ ਪ੍ਰਸੰਗ ਦੇ ਵਿੱਚ ਹੀ ਸਮਝਿਆ ਜਾ ਸਕਦਾ ਹੈ। ਭਾਵ ਸੰਚਾਰ ਵੀ ਹੋ ਸਕਦਾ ਹੈ, ਕਿਉਂਕਿ ਭਾਵ ਰਾਹੀਂ ਸਾਹਿਤਕਾਰ ਸਰੋਤੇ ਜਾਂ ਦਰਸ਼ਕ ਦੇ ਮਨ ਵਿੱਚ ਸਮਾਨਾਂਤਰ ਭਾਵ ਪੈਦਾ ਕਰਦਾ ਹੈ। ਭਾਰਤੀ ਪਰੰਪਰਾ ਵਿੱਚ ਸਮਾਨਾਂਤਰ ਭਾਵ ਨੂੰ ਰਸ ਕਿਹਾ ਜਾਂਦਾ ਹੈ। ਭਾਵ ਇਹ ਫੀਲਿੰਗਸ ਨੇ ਕਿ ਕੁਝ ਪੜ੍ਹ ਕੇ, ਕੁਝ ਸਮਝ ਕੇ ਸਾਡੇ ਮਨ ਦੇ ਵਿੱਚ ਕਿਸ ਕਿਸਮ ਦੇ ਭਾਵ ਜਿਹੜੇ ਨੇ ਪੈਦਾ ਹੁੰਦੇ ਨੇ। ਤੇ ਸਾਹਿਤ ਦੇ ਵਿੱਚ ਤਾਂ ਭਾਵਾਂ ਦਾ ਜਿਹੜਾ ਹੈ ਆਪਾਂ ਕਹਿ ਲਓ ਕਿ ਪੇਸ਼ਕਾਰੀ ਵੀ ਹੈ, ਔਰ ਸਾਹਿਤ ਸਾਡੇ ਭਾਵਾਂ ਨੂੰ ਜਿਹੜਾ ਟੁੰਬਦੇ ਵੀ ਨੇ, ਪ੍ਰਭਾਵਿਤ ਵੀ ਕਰਦੇ ਨੇ। ਭਾਵ ਸਾਹਿਤ ਦਾ ਇਸ ਲਈ ਬੁਨਿਆਦੀ ਤੱਤ ਹੈ। ਸੱਭਿਆਚਾਰਕ ਪਰੰਪਰਾ ਦਾ ਉਹ ਟੁੱਟ ਅੰਗ ਵੀ ਹੈ। ਸਾਡੀ ਸੱਭਿਆਚਾਰਕ ਜਿਹੜੀ ਸਾਡੀ ਰੂਪ ਰੇਖਾ ਹੈ, ਸਾਡੀਆਂ ਪਰੰਪਰਾਵਾਂ ਨੇ, ਉਹਨਾਂ ਦੇ ਵਿੱਚ ਵੀ ਸਾਡੀਆਂ ਫੀਲਿੰਗਸ ਜੁੜੀਆਂ ਹੋਈਆਂ ਨੇ, ਸਾਡਾ ਭਾਵ ਪੱਖ ਜਿਹੜਾ ਹੈ ਜੁੜਿਆ ਹੋਇਆ। ਅਤੇ ਇਸ ਲਈ ਸੱਭਿਆਚਾਰ ਅਤੇ ਸਾਹਿਤ ਦਾ ਗਹਿਰਾ ਸੰਬੰਧ ਜਿਹੜਾ ਹੈ ਉਹ ਸਥਾਪਿਤ ਹੋ ਜਾਂਦਾ ਹੈ, ਕਿਉਂਕਿ ਸਾਹਿਤ ਦੇ ਵਿੱਚ ਵੀ ਭਾਵ ਨੇ ਤੇ ਸੱਭਿਆਚਾਰ ਦੇ ਵਿੱਚ ਭਾਵ ਨੇ। ਇਹਨਾਂ ਦੇ ਵਿੱਚ ਇੱਕ ਸਾਂਝ ਬਣਦੀ ਹੈ। ਮੋਟੇ ਤੌਰ ਤੇ ਸਾਹਿਤ ਵਿੱਚ 9 ਭਾਵ ਗਿਣੇ ਜਾਂਦੇ ਨੇ। ਇਹ ਹਨ ਪ੍ਰੇਮ, ਉਤਸ਼ਾਹ, ਸ਼ੌਕ, ਕ੍ਰੋਧ, ਹਾਸ, ਭੈ, ਘਿਰਣਾ, ਅਸਚਰਜ ਤੇ ਵਿਰਾਗ। ਇਹ 9 ਭਾਵ ਕ੍ਰਮਵਾਰ ਸ਼ਿੰਗਾਰ, ਵੀਰ, ਕਰੁਣਾ, ਰੌਦਰ, ਹਾਸ, ਭਿਆਨਕ, ਵਿਭਤਸ, ਅਦਭੁਤ ਅਤੇ ਸ਼ਾਂਤ ਰਸ ਪੈਦਾ ਕਰਦੇ ਹਨ। ਪਰ ਇਹ ਭਾਵ ਕਿਸੇ ਸਥਿਤੀ ਵਿੱਚੋਂ ਪੈਦਾ ਹੋ ਸਕਦੇ ਹਨ। ਇਹ ਸਥਿਤੀ ਉਹ ਅਸਾਧਾਰਨ ਹਾਲਤ ਹੁੰਦੀ ਹੈ ਜਿਸ ਵਿੱਚ ਸਾਹਿਤਕਾਰ ਆਪਣੇ ਪਾਤਰ ਨੂੰ ਫਸਿਆ ਕਲਪਦਾ ਹੈ। ਇਸ ਲਈ ਭਾਵਾਂ ਦੀ ਉਤਪਤੀ ਲਈ ਸਾਹਿਤ ਨੂੰ ਨਿਰੋਧ ਸੱਭਿਆਚਾਰਕ ਪਰੰਪਰਾ ਤੇ ਨਿਰਭਰ ਕਰਨਾ ਪੈਂਦਾ ਹੈ। ਇਹਦਾ ਮਤਲਬ ਇਹ ਸਾਰੇ ਜਿਹੜੇ ਭਾਵ ਨੇ ਸਾਡੀ ਆਪਣੀ ਸੱਭਿਆਚਾਰਕ ਪਰੰਪਰਾ ਨਾਲ ਹੀ ਜੁੜੇ ਹੋਏ ਨੇ। ਵੀਰ ਰਸੀ ਭਾਵ ਹੈ, ਠੀਕ ਹੈ, ਵੀਰ ਰਸੀ ਭਾਵ ਹੈ। ਵੀਰ ਰਸੀ ਰਚਨਾ ਕਰ ਰਿਹਾ ਹੈ ਇੱਕ ਜਿਹੜਾ ਸਾਹਿਤਕਾਰ ਹੈ, ਉਹਦੇ ਪਿੱਛੇ ਉਹਦੀ ਸੱਭਿਆਚਾਰਕ ਪਰੰਪਰਾ ਕੰਮ ਕਰੇਗੀ। ਵੀਰਤਾ ਦਾ ਕੀ ਕੰਸੈਪਟ ਹੈ, ਕੀ ਸੰਕਲਪ ਹੈ ਉਸ ਸੱਭਿਆਚਾਰਕ ਸਮੂਹ ਲਈ, ਉਸ ਸੱਭਿਆਚਾਰਕ ਪਰੰਪਰਾ ਲਈ। ਤਾਂ ਜਦੋਂ ਪੰਜਾਬੀ ਸੱਭਿਆਚਾਰਕ ਪਰੰਪਰਾ ਦੇਖਾਂਗੇ ਤਾਂ ਉਹਦੇ ਵਿੱਚ ਵਾਰ ਕਾਵਿ ਦਾ ਸਾਨੂੰ ਲਿਟਰਲੀ ਇੱਕ ਦੂਜੇ ਨਾਲ ਸੰਬੰਧ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਕਿ ਲੋੜ ਕੀ ਹੈ, ਪੈਦਾ ਹੀ ਕਿਉਂ ਹੋਇਆ, ਇੱਦਾਂ ਦੀਆਂ ਫੀਲਿੰਗਸ ਇਹਨਾਂ ਲੋਕਾਂ ਦੇ ਵਿੱਚ ਕਿਉਂ ਨੇ। ਉਹੀ ਫੀਲਿੰਗ ਸਾਡੀਆਂ ਸਾਹਿਤ ਦੇ ਵਿੱਚ ਨੇ। ਇਹ ਲੋਕ ਜਿਹੜੇ ਬੇਸਿਕਲੀ ਵੀਰ ਨੇ, ਸੂਰਬੀਰ ਨੇ, ਇਹਨਾਂ ਦਾ ਇਤਿਹਾਸ ਅਜਿਹਾ ਰਿਹਾ ਤਾਂ ਉਹਨਾਂ ਦੇ ਕੋਲ ਜਿਹੜੇ ਨੇ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਵੀ ਜਿਹੜਾ ਹੈ ਉਸੇ ਕਿਸਮ ਦੀਆਂ ਨੂੰ ਕਰਦੇ ਨੇ। ਜੇਕਰ ਕੋਈ ਸਾਹਿਤਕ ਰਚਨਾ ਇਸ ਪਰੰਪਰਾ ਦਾ ਤਿਆਗ ਕਰੇਗੀ ਤਾਂ ਉਹ ਲੋੜੀਂਦੇ ਭਾਵ ਨਹੀਂ ਪੈਦਾ ਕਰ ਸਕੇਗੀ। ਤਾਂ ਵੀਰਤਾ ਨੂੰ ਪੰਜਾਬੀ ਸੱਭਿਆਚਾਰਕ ਪਰੰਪਰਾ ਛੱਡ ਹੀ ਨਹੀਂ ਸਕਦੀ। ਤਾਂ ਇਸ ਲਈ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਰੀਜ਼ਨ ਹੋ ਸਕਦੇ ਨੇ। ਸ਼ਿੰਗਾਰ ਨੂੰ ਅਸੀਂ ਕਿੱਸਾ ਕਾਵਿ ਨਾਲ ਜੋੜ ਸਕਦੇ ਹਾਂ, ਜਿਸ ਸਦਕਾ ਉਹ ਲੋਕਾਂ ਦੁਆਰਾ ਪ੍ਰਵਾਨ ਨਹੀਂ ਕੀਤੀ ਜਾਵੇਗੀ। ਜੇਕਰ ਭਾਵਨਾਵਾਂ ਸੱਭਿਆਚਾਰਕ ਪਰੰਪਰਾ ਅਤੇ ਸਾਹਿਤ ਦੇ ਵਿੱਚ ਇਹ ਭਾਵ ਸਾਂਝੇ ਨਹੀਂ ਹੋਣਗੇ ਕਿ ਸੱਭਿਆਚਾਰਕ ਪਰੰਪਰਾ ਤਾਂ ਹੋਰ ਗੱਲ ਕਰਦੀ ਹੈ ਤੇ ਸਾਡਾ ਸਾਹਿਤ ਹੋਰ ਕਿਸਮ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਦਾ ਹੈ, ਤਾਂ ਆਪਸ ਦੇ ਵਿੱਚ ਸਾਂਝ ਨਹੀਂ ਬਣੇਗੀ ਤੇ ਉਹ ਸਵੀਕਾਰੀ ਵੀ ਨਹੀਂ ਜਾਵੇਗੀ। ਦੂਸਰੀਆਂ ਭਾਸ਼ਾਵਾਂ ਦਾ ਸਾਹਿਤ ਉੱਪਰ ਲੱਗਣ ਦਾ ਇਹੀ ਕਾਰਨ ਹੁੰਦਾ ਹੈ ਕਿ ਉਹ ਸਾਡੀ ਸੱਭਿਆਚਾਰਕ ਪਰੰਪਰਾ ਦਾ ਭਾਗ ਨਹੀਂ ਹੁੰਦੇ। ਇਸੇ ਲਈ ਸਾਡੀ ਉਹਨਾਂ ਨਾਲ ਸਾਂਝ ਉਸ ਪੱਧਰ ਤੇ ਨਹੀਂ ਬਣਦੀ। ਜਦੋਂ ਸਾਡੀ ਆਪਣੀ ਸੱਭਿਆਚਾਰਕ ਪਰੰਪਰਾ ਦੀ ਗੱਲ ਹੋਵੇ, ਸਾਡੀਆਂ ਆਪਣੀਆਂ ਭਾਵਨਾਵਾਂ, ਸਾਡੇ ਆਪਣੇ ਭਾਵ ਪੱਖ ਦੀ ਗੱਲ ਹੋਵੇ, ਤਾਂ ਉਸ ਸਾਹਿਤ ਨਾਲ ਸਾਡੀ ਇੱਕਦਮ ਜਿਹੜੀ ਨੇੜਤਾ ਬਣ ਜਾਂਦੀ ਹੈ। ਅਗਲਾ ਭਾਗ ਹੈ ਜੀ ਸ਼ੈਲੀ ਦਾ। ਸ਼ੈਲੀ ਹੈ ਸਾਹਿਤ ਦਾ ਮਹੱਤਵਪੂਰਨ ਤੱਤ ਹੈ। ਸਾਹਿਤ ਬਾਰੇ ਯਥਾਰਥ ਨੂੰ ਸਥਾਨਕ ਬਿੰਬਾਂ ਵਿੱਚ ਪੇਸ਼ ਨਹੀਂ ਕਰਦਾ, ਸਗੋਂ ਕਲਾਮਈ ਬਿੰਬਾਂ ਦੇ ਵਿੱਚ ਵੀ ਵਿਅਕਤ ਕਰਦਾ ਹੈ। ਸਾਹਿਤ ਯਥਾਰਥ ਦਾ ਸੁਹਜਾਤਮਕ ਪ੍ਰਗਟਾਅ ਹੈ। ਇਸ ਪ੍ਰਗਟਾਅ ਲਈ ਸ਼ੈਲੀ ਮਹੱਤਵਪੂਰਨ ਹੈ। ਹਰ ਸਾਹਿਤਕਾਰ ਦੀ ਆਪਣੀ ਸ਼ੈਲੀ ਨੂੰ ਅਸੀਂ ਕਹਿੰਦੇ ਕਿ ਢੰਗ ਹੈ, ਕਿ ਬਿਆਨ ਢੰਗ, ਲਿਖਣ ਢੰਗ, ਪੇਸ਼ਕਾਰੀ ਦਾ ਢੰਗ ਜਿਹੜਾ ਹੈ ਉਹ ਕੀ ਹੈ। ਕਿਹਾ ਜਾ ਸਕਦਾ ਕਿ ਸ਼ੈਲੀ ਉਹ ਸਾਹਿਤਕਾਰ ਦੇ ਵਿਅਕਤਿਤਵ ਦਾ ਹੀ ਪ੍ਰਗਟਾਵਾ
उस साहित्यकार के व्यक्तित्व का ही प्रगटावा हुंदी है कि हरेक व्यक्ति का गल कहण दा अपना ढंग हुंदा है और वह ढंग उहदा अपना कह लो कि निजी भी हो सकता है, पर उहदा निज भी उसके किते ना किते सभ्याचारक समूह नाल ही जुड़िया हुंदा है। समाजिक चौगिरदे नाल इकसुर होए सभ्याचारक परंपरा नाल जुड़े हुए लोक बोली ते मुहारत प्राप्त व्यक्ति का सरल स्पष्ट होना कुदरती है। शैली ਦਾ ਇਕਹਿਰਾ ਪ੍ਰਵਾਹ ਉਸਦੀ ਸੋਚ ਦੇ ਪੱਧਰ ਤੇ ਆਧਾਰਿਤ ਹੁੰਦਾ ਹੈ। ਇਹਦਾ ਮਤਲਬ ਹੈ ਕਿ ਜਿਹੜਾ ਉਹਦਾ ਢੰਗ ਹੈ, ਉਹਦਾ ਬਿਆਨ ਢੰਗ ਹੈ, ਉਹਦੇ ਵਿੱਚ ਵੀ ਉਹਦੀ ਸੱਭਿਆਚਾਰਕ ਪਰੰਪਰਾ ਜਿਹੜੀ ਹੈ ਉਹ ਬੋਲਦੀ ਹੈ। ਸ਼ੈਲੀ ਦੀ ਸਿਰਜਣਾ ਵਿੱਚ ਸੱਭਿਆਚਾਰ ਸਿੱਧੇ ਤੌਰ ਤੇ ਸੰਬੰਧ ਹੁੰਦਾ ਹੈ। ਸ਼ੈਲੀ ਸਾਹਿਤ ਦਾ ਵਿਅਕਤੀਗਤ ਭੂਸ਼ਣ ਹੈ। ਹਰ ਸਾਹਿਤਕਾਰ ਦੀ ਸ਼ੈਲੀ ਵਿਲੱਖਣ ਹੁੰਦੀ ਹੈ। ਹਰ ਸਾਹਿਤਕਾਰ ਨੂੰ ਆਪਣੀ ਸ਼ੈਲੀ ਵਿੱਚ ਲਿਖਣ ਦੀ ਖੁੱਲ੍ਹ ਹੁੰਦੀ ਹੈ। इस प्रसंग विच देखिया ਸਾਹਿਤ ਦੀ शैली सभ्याचार ਦੀ ਮੁਤਾਜ ਤਾਂ नहीं ਰਹਿੰਦੀ, पर यह उस भाषा विच प्रचलित शैली परंपरा विच किते ना किते जरूर खड़दी। ਇਹਦਾ मतलब जेकर ਅਸੀਂ ਕਹੀਏ ਕਿ ਜਿਹੜਾ ਇੱਕ ਲੇਖਕ ਹੈ, ਇੱਕ ਸਾਹਿਤਕਾਰ ਹੈ, ਉਹਦੀ ਭਾਸ਼ਾ ਇਹੋ ਜਿਹੀ ਹੈ, ਉਹਦਾ ਪਾਤਰਾਂ ਨੂੰ ਪੇਸ਼ ਕਰਨ ਦਾ ਢੰਗ ਇਹੋ ਜਿਹਾ ਹੈ, ਉਹ ਸਾਰਾ ਜਿਹੜਾ ਢੰਗ ਹੈ ਉਹ ਉਹਦੇ ਸੱਭਿਆਚਾਰ ਦੀ ਹੀ ਦੇਣ ਹੁੰਦੀ ਹੈ ਕਿ ਉਹ ਅਜਿਹੇ ਢੰਗ ਦੇ ਵਿੱਚ ਕਿਉਂ ਪ੍ਰਸਤੁਤ ਕਰਦਾ, ਉਹਦੀ ਭਾਸ਼ਾ ਇਹੋ ਜਿਹੀ ਕਿਉਂ ਹੈ, क्योंकि उन भाषा भी उसकी सभ्याचारक प्राप्ति है। वो अपने सभ्याचारक आले दुआले दे विचों ही भाषा जिहड़ी है वो सिरजदा है, बिंब सिरजदा है, प्रतीक जिहड़े ने वो लंदा उत्थों ही लंदा है। तां वो भाषा तो बाहरे नहीं हैगी, ਉਹਦੀ शैली ਉਹਦੇ आले दुआले तो बाहर ही नहीं हैगी। तां इसलिए ਜਿਹੜਾ ਵਿਅਕਤੀ ਹੈ ਆਪਣੇ ਆਲੇ ਦੁਆਲੇ ਦਾ ਬਣਿਆ ਹੋਇਆ, ਸੱਭਿਆਚਾਰਕ ਆਲੇ ਦੁਆਲੇ ਦਾ ਬਣਿਆ ਹੋਇਆ, ਤਾਂ ਉਹਦੀ ਸ਼ੈਲੀ ਵੀ ਜਿਹੜੀ ਹੈ ਉਹਦੇ ਨਾਲ ਸੰਬੰਧਿਤ ਰਹੇਗੀ। ਤਾਂ ਸ਼ੈਲੀ ਦਾ ਵੀ ਸੰਬੰਧ ਜਿਹੜਾ ਸੱਭਿਆਚਾਰ ਨਾਲ ਰਹੇਗਾ ਹੀ ਰਹੇਗਾ। ਅਗਲਾ ਪਾਠ ਹੈਗਾ ਜੀ ਸੋਹਜ ਦਾ। ਸੋਹਜ ਸਾਹਿਤ ਦਾ ਮਹੱਤਵਪੂਰਨ ਤੱਤ ਹੈ। ਕੋਈ ਵੀ ਰਚਨਾ ਸੋਹਜ ਮੁਕਤ ਜਿਹੜਾ ਉਹ ਨਹੀਂ ਹੋ ਸਕਦੀ। ਸੋਹਜ ਕਿਸੇ ਸਾਹਿਤਕ ਕਿਰਤ ਦਾ ਮਨ ਦੇ ਉੱਤੇ ਪਿਆ ਸਮੁੱਚਾ ਪ੍ਰਭਾਵ ਹੈ ਕਿ ਸਾਨੂੰ ਚੰਗੀ ਲੱਗੀ ਕਿਉਂ ਲੱਗੀ, ਮਾੜੀ ਲੱਗੀ ਕਿਉਂ ਲੱਗੀ। ਲੋਕਾਂ ਦੀ ਸੋਚ ਭਾਵਨਾ ਇਤਿਹਾਸਕ ਪ੍ਰਕਿਰਿਆ ਦੇ ਪ੍ਰਭਾਵ ਵਿੱਚ ਬਦਲਦੀ ਰਹਿੰਦੀ ਹੈ। ਸੋਹਜ ਵਿੱਚ ਸਾਹਿਤ ਦੀ ਸੁਰਤਾਲ, ਲੈ, ਸੁਮਾਪਕਤਾ, ਸੁਮਾਪ ਹੁੰਦਾ ਸਹੀ ਬੈਲੈਂਸ, ਸੁੰਦਰਤਾ ਦਾ ਸੰਕਲਪ ਇੱਕ ਮੇਲ ਹੋਏ ਹੁੰਦੇ ਹਨ ਕਿ ਕਿਹੜੀ ਚੀਜ਼ ਸਾਨੂੰ ਇਹ ਮਨ ਨੂੰ ਟੁੰਬਦੀ ਹੈ। ਸੋ ਉਹੀ ਚੀਜ਼ ਟੁੰਬੇਗੀ ਜਿਹਦਾ ਸੰਬੰਧ ਸਾਡੀ ਕਿਤੇ ਨਾ ਕਿਤੇ ਸੱਭਿਆਚਾਰਕ ਪਿਛੋਕੜ ਨਾਲ ਹੋਏਗਾ। ਸੋਚ ਨੂੰ ਮਾਪਣ ਦੀ ਕੋਈ ਨਿਰਪੱਖ ਕਸਵੱਟੀ ਨਹੀਂ, ਪਰ ਇਸ ਨੂੰ ਮਾਪਣ, ਅੰਗਣ ਅਤੇ ਮਹਿਸੂਸ ਕਰਨ ਲਈ ਸਾਰੀਆਂ ਕਸਵੱਟੀਆਂ ਸਾਪੇਖ ਹੁੰਦੀਆਂ ਨੇ ਕਿ ਪ੍ਰਭਾਵ ਜੁੜੀਆਂ ਹੁੰਦੀਆਂ ਨੇ ਉਹਦੇ ਨਾਲ। ਨਿਰਪੇਖ ਤੇ ਸਾਪੇਖ ਆਪੋਜ਼ਿਟ ਨੇ। ਸਾਪੇਖ ਹੁੰਦਾ ਹੈ ਕਿ ਉਹਦੇ ਤੇ ਨਿਰਭਰ ਕਰਦਾ ਹੈ। ਪਰ ਇੱਕ ਗੱਲ ਕਹੀ ਜਾ ਸਕਦੀ ਹੈ ਕਿ ਸੰਬੰਧਿਤ ਕਲਾ ਕਿਰਤ ਨੂੰ ਲੋਕਾਂ ਵੱਲੋਂ ਸਵੀਕਾਰੇ ਜਾਣ ਅਤੇ ਸਲਾਹੇ ਡਿਜ਼ਾਈਨ ਦੇ ਨੇੜੇ ਹੀ ਹੋਣਾ ਚਾਹੀਦਾ ਹੈ। ਡਿਜ਼ਾਈਨ ਕੀ ਹੈ? ਸਾਰੇ ਜਿਹੜੇ ਪੈਟਰਨ ਨੇ, ਅਸੀਂ ਕਿਸ ਚੀਜ਼ ਨੂੰ ਸਵੀਕਾਰ ਕਰਦੇ ਹਾਂ, ਕਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਹੈ, ਕਿਹੜੀ ਚੀਜ਼ ਸਾਨੂੰ ਨਹੀਂ ਚੰਗੀ ਲੱਗਦੀ, ਕਿਸ ਚੀਜ਼ ਨੂੰ ਅਸੀਂ ਇੰਜੋਏ ਕਰਦੇ ਹਾਂ, ਕਿਸ ਕਿਸਮ ਦੇ ਸਾਹਿਤ ਨੂੰ ਅਸੀਂ ਇੰਜੋਏ ਕਰਦੇ ਹਾਂ। ਜਿੰਨਾ ਉਹ ਸੱਭਿਆਚਾਰਕ ਆਲੇ ਦੁਆਲੇ ਦੇ ਨੇੜੇ ਹੋਏਗਾ ਓਨਾ ਉਹ ਸਵੀਕਾਰਿਆ ਜਾਏਗਾ ਤੇ ਓਨਾ ਉਹ ਸਲਾਹਿਆ ਜਾਏਗਾ। ਅਗਲਾ ਹੈ ਜੀ ਸਾਹਿਤ ਅਤੇ ਸੱਭਿਆਚਾਰ ਅਤੇ ਵਿਅਕਤੀ। ਸਾਹਿਤ ਸੱਭਿਆਚਾਰ ਤੇ ਵਿਅਕਤੀ ਦਾ ਸੰਬੰਧ ਇਸ ਤਰ੍ਹਾਂ ਵੀ ਦਰਸਾਇਆ ਜਾ ਸਕਦਾ ਹੈ। ਸਾਹਿਤ ਵਿਅਕਤੀਗਤ ਤੇ ਸੱਭਿਆਚਾਰਕ, ਠੀਕ ਹੈ ਜੀ, ਕਿ ਸਾਨੂੰ ਕਿਵੇਂ ਜਿਹੜਾ ਹੈ ਇਸ ਨੂੰ ਅਸੀਂ ਡਿਫਾਈਨ ਕਰ ਸਕਦੇ ਹਾਂ। ਇਹਦੇ ਵਿੱਚ ਅਭਿਆਸ, ਵਿਅਕਤੀਗਤ ਹੁਨਰ, ਪ੍ਰਤਿਭਾ, ਬੋਧ, ਇਹ ਵਿਅਕਤੀਗਤ ਚੀਜ਼ਾਂ ਨੇ ਸਾਹਿਤ ਦੇ ਵਿੱਚ। ਤੇ ਜਿਹੜੀਆਂ ਸੱਭਿਆਚਾਰ ਤੋਂ ਆਉਂਦੀਆਂ ਨੇ ਉਹ ਹੁੰਦਾ ਸੋਚ, ਸੰਵੇਦਨਾ ਤੇ ਸੁਰਤਾਲ, ਇਹ ਸੱਭਿਆਚਾਰ ਤੋਂ ਮਿਲਦਾ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜਾ ਸਾਹਿਤਕਾਰ ਹੈ ਉਹ ਇੱਕ ਵਿਅਕਤੀ ਹੈ। ਉਹ ਵਿਅਕਤੀ ਸਾਹਿਤ ਦੇ ਵਿੱਚ ਆਪਣੇ ਵਿਅਕਤੀਗਤ ਗੁਣ ਵੀ ਪਾਉਂਦਾ ਹੈ ਔਰ ਉਹ ਸੱਭਿਆਚਾਰ ਤੋਂ ਲੈ ਕੇ ਵੀ ਜਿਹੜੀਆਂ ਨੇ ਆਪਾਂ ਕਹਿ ਸਕਦੇ ਹਾਂ ਪਰੰਪਰਾ ਤੋਂ ਲੈ ਕੇ ਵੀ ਤੱਤ ਜਾਂ ਗੁਣ ਜਿਹੜੇ ਨੇ ਉਹ ਆਪਣੀ ਸਾਹਿਤਕ ਕਿਰਤ ਦੇ ਵਿੱਚ ਸ਼ਾਮਿਲ ਕਰਦਾ ਹੈ। ਇਹਦੇ ਵਿੱਚ ਆ ਗਿਆ ਅੱਗੇ ਹਿੱਸਾ ਵਿਅਕਤੀਗਤ ਦਾ ਬੌਧਿਕ ਅਤੇ ਕਾਲਪਨਿਕ। ਬੌਧਿਕ ਦਾ ਸ਼ੁੱਧਤਾ, ਸਪਸ਼ਟਤਾ, ਸਰਲਤਾ, ਇਹ ਉਹਦੀ ਆਪਣੀ ਆਪਾਂ ਕਹਿ ਸਕਦੇ ਹੁਨਰ, ਆਪਣੀ ਪ੍ਰਤਿਭਾ ਦੇ ਗੁਣ ਨੇ। ਇਹਦੇ ਵਿੱਚ ਅੱਗੇ ਕਾਲਪਨਿਕਤਾ ਆ ਗਈ। ਕਲਪਨਾ ਵੀ ਉਹ ਜਿਹੜਾ ਹੈ ਕਿਵੇਂ ਕਰਦਾ ਹੈ, ਢੁਕਵਾਂਪਨ ਤੇ ਸੰਕੇਤਾਤਮਕਤਾ, ਇਹ ਵੀ ਉਹਦਾ ਵਿਅਕਤੀਗਤ ਗੁਣ ਹੈ ਕਿ ਉਹ ਕਲਪਨਾ ਕਿੰਨੀ ਕੁ ਢੁਕਵੀਂ ਕਰ ਪਾਉਂਦਾ ਤੇ ਕਿੰਨੀ ਕੁ ਉਹ ਸੰਕੇਤ ਕਿੰਨੇ ਕੁ ਜਿਹੜੇ ਨੇ ਉਹ ਗਹਿਰੇ ਉਹਦੇ ਵਿੱਚ ਦੇ ਪਾਉਂਦਾ। ਇਹ ਉਹਦੇ ਵਿਅਕਤੀਗਤ ਗੁਣ ਨੇ। ਇਹ ਆਪਾਂ ਕਹਿ ਦਈਏ ਕਿ ਸੱਭਿਆਚਾਰ ਤੋਂ ਨਹੀਂ, ਇਹ ਉਸ ਵਿਅਕਤੀ ਤੋਂ ਆਉਂਦੇ ਨੇ ਜਿਹੜੇ ਸਾਹਿਤ ਦੇ ਵਿੱਚ ਆਉਂਦੇ ਨੇ। ਪਰ ਜਿਹੜੇ ਆਹ ਵਾਲੇ ਸਾਰੇ ਗੁਣ ਨੇ ਇਹ ਸਾਡੇ ਸੱਭਿਆਚਾਰਕ ਆਲੇ ਦੁਆਲੇ ਤੋਂ ਆਉਂਦੇ ਨੇ। ਇਹਦਾ ਮਤਲਬ ਕੀ ਹੈ ਕਿ ਸਾਹਿਤ ਜਾਂ ਸਾਹਿਤਕਾਰ ਵਿਅਕਤੀਗਤ ਵੀ ਹੈ ਤੇ ਉਹ ਸੱਭਿਆਚਾਰਕ ਵੀ ਹੈ। ਇਹਦੇ ਵਿੱਚ ਅੱਗੇ ਭਾਵ, ਸੋਚ ਆ ਗਏ। ਭਾਵ ਇਹ ਅੱਗੇ ਵੰਡ ਜਿਹੜੀ ਕੀਤੀ, ਸੁਰਤਾਲ, ਤਕਨੀਕ, ਸ਼ੈਲੀ, ਤੀਖਣਤਾ, ਸੰਵੇਦਨਾ, ਬੌਧਿਕਤਾ ਦਾ ਗੁਣ ਜਾਂ ਵਿਕਾਸ, ਇਹ ਸਾਰਾ ਕੁਝ ਸਾਡੇ ਸੱਭਿਆਚਾਰਕ ਆਲੇ ਦੁਆਲੇ ਦੇ ਵਿੱਚੋਂ ਹੀ ਸਾਹਿਤ ਗ੍ਰਹਿਣ ਕਰਦਾ ਹੈ ਜਾਂ ਸਾਹਿਤਕਾਰ ਆਪਣੀਆਂ ਰਚਨਾਵਾਂ ਲਈ ਲੈਂਦਾ ਹੈ। ਹੁਣ ਅਗਲਾ ਜਿਹੜਾ ਹੈ ਸਾਡੇ ਕੋਲ ਹੈਗਾ ਕਾਲ ਕ੍ਰਮਿਕਤਾ ਦਾ ਪੱਧਰ। ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕਸ ਅ ਲੋਟ।